ਸਤਨਾਮ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਕਬੀਰ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਹ ਕਛ ਆਹਾਂ ਤਹਾਂ ਕਿਸ ਨਾਹੀ ਪੰਚ ਤਤ ਤਹ ਨਾਹੀ। ਜਹ ਕਛ ਆਹਾਂ ਤਹਾਂ ਕਿਸ ਨਾਹੀ ਪੰਚ ਤਤ ਤਹ ਨਾਹੀ। ਈੜਾ ਪਿੰਗਲਾ ਸੁਖ ਮਨ ਬੰਦੇ ਏ ਆਵ ਗਾਨ ਕਤ ਜਾਹੀ। ਤਾਗਾ ਟੂਟਾ ਗਗਨ ਬਿਨਸ ਗਿਆ ਤੇਰਾ ਬੋਲਤ ਕਹਾਂ ਸਮਾਈ। ਇਹ ਸੰਸਾ ਮੋਹ ਕੋ ਅਨਦਿਨ ਵਿਆਪੈ ਮੋਹ ਕੋ ਨਾ ਕਹੈ ਸਮਝਾਈ। ਰਹਾਉ ਜਹ ਬਰਭਾਂਡ ਪਿੰਡ ਤਹ ਨਾਹੀ ਰਚਨਹਾਰ ਤਹ ਨਾਹੀ। ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ। ਜੋੜੀ ਜੁੜੈ ਨ ਤੋੜੀ ਟੂਟੈ ਜਬ ਲਗ ਹੋਏ ਬਨਾਸੀ। ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂੰ ਕੈ ਜਾਸੀ। ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਵਸੇ ਦਿਨ ਰਾਤੀ। ਹੁਆ ਕਾ ਮਰਮ ਉਹੀ ਪਰ ਜਾਣੈ ਉਹ ਤੋ ਸਦਾ ਅਵਨਾਸੀ। ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਵਸੇ ਦਿਨ ਰਾਤੀ। ਹੁਆ ਕਾ ਮਰਮ ਉਹੀ ਪਰ ਜਾਣੈ ਉਹ ਤੋ ਸਦਾ ਅਵਨਾਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਬੈਰਾਗਣ ਕਬੀਰ ਜੀ 334 ਅੰਗ ਤੇ ਭਗਤ ਕਬੀਰ ਜੀ ਦੇ ਸ਼ਬਦ ਹਨ। ਭਗਤ ਕਬੀਰ ਜੀ ਰਾਗ ਗੌੜੀ
ਗੌੜੀ ਰਾਗ ਦੇ ਅੰਦਰ ਪੂਰਬੀ ਜਾਤੀ ਦੇ ਅੰਦਰ ਭਗਤ ਕਬੀਰ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਓੰਕਾਰ ਅਕਾਲ ਪੁਰਖ। ਸਤਿਗੁਰੂ ਇੱਕ ਹੈ, ਉਹ ਪਰਮੇਸ਼ਰ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਕਿ ਗੁਰੂ ਦੀ ਪ੍ਰਾਪਤੀ ਜੇ ਹੋ ਜਾਵੇ ਤਾਂ ਗੁਰੂ ਦੀ ਪ੍ਰਾਪਤੀ ਤੋਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਜੀ ਦਾ ਸ਼ਬਦ ਹੈ ਕਿ ਇੱਕ ਬਹੁਤ ਹੀ ਵਿਚਾਰਵਾਨ ਜੋਗੀ ਭਗਤ ਕਬੀਰ ਸਾਹਿਬ ਜੀ ਦਾ ਸਤਸੰਗੀ ਸੀ। ਜਦੋਂ ਭਗਤ ਕਬੀਰ ਜੀ ਕਾਂਸੀ ਜੀ ਦੇ ਵਿੱਚ ਰਹਿੰਦੇ ਸਨ, ਉੱਥੇ ਭਗਤ ਕਬੀਰ ਜੀ ਦਾ ਇੱਕ ਜੋਗੀ ਸਤਸੰਗੀ ਸੀ, ਵਿਦਵਾਨ ਬੜਾ ਸੀ। ਭਗਤ ਜੀ ਨੇ ਵੀ ਉਸ ਜੋਗੀ ਕੋਲੋਂ ਯੋਗਾ ਅਭਿਆਸ ਸਿੱਖਿਆ ਸੀ। ਉਸ ਜੋਗੀ ਦੇ ਅੰਦਰ ਬੜੀ ਭਾਵਨਾ ਸੀ, ਉਸ ਜੋਗੀ ਦੇ ਅੰਦਰ ਬੜੀ ਭਾਵਨਾ ਸੀ ਕਿ ਇੱਕ ਮਹਾਂਪੁਰਖ ਦਾ ਮਿਲਾਪ ਹੋਇਆ ਹੈ। ਜਦੋਂ ਭਗਤ ਕਬੀਰ ਜੀ ਦੇ ਨਾਲ ਮਿਲਾਪ ਹੋਇਆ ਜੋਗੀ ਦਾ, ਜੋਗੀ ਵਿਚਾਰਵਾਨ ਬੜਾ ਸੀ, ਯੋਗਾ ਅਭਿਆਸ ਕਰਨ ਵਾਲਾ ਸੀ। ਯੋਗਾ ਅਭਿਆਸ ਵੀ ਭਗਤ ਕਬੀਰ ਜੀ ਨੇ ਉਸ ਜੋਗੀ ਤੋਂ ਸਿੱਖਿਆ ਸੀ। ਉਸ ਜੋਗੀ ਦੇ ਅੰਦਰ ਬੜੀ ਭਾਵਨਾ ਸੀ ਕਿ ਇੱਕ ਮਹਾਂਪੁਰਖਾਂ ਨਾਲ ਮਿਲਾਪ ਹੋਇਆ ਹੈ। ਯੋਗਾ ਅਭਿਆਸ ਤਾਂ ਭਾਵੇਂ ਜ਼ਰੂਰ, ਜੋਗੀ ਕਹਿਣ ਲੱਗਿਆ ਭਗਤ ਕਬੀਰ ਜੀ ਮੈਥੋਂ ਸਿੱਖਦੇ ਹਨ, ਪਰੰਤੂ ਕਰਨੀ ਕਮਾਈ ਕਰਕੇ ਮੁਕਤ ਹਨ ਕਿ ਇਹਨਾਂ ਦੀ ਕਮਾਈ ਵੱਡੀ ਹੈ। ਨਾਮ ਦੇ ਨਾਲ ਜੁੜੇ ਹੋਏ ਹਨ, ਨਾਮ ਦੇ ਨਾਲ ਜੁੜਨੇ ਕਰਕੇ ਮੁਕਤ ਹਨ ਇਹ, ਤੇ ਉੱਚੇ ਵੀ ਹਨ ਨਾਮ ਦੇ ਕਰਨੇ ਕਰਕੇ, ਨਾਮ ਜਪਣੇ ਕਰਕੇ। ਇਸ ਪ੍ਰਕਾਰ ਉਹ ਜੋਗੀ ਭਗਤ ਜੀ ਦਾ ਬਹੁਤ ਮਿਲਾਪੀ ਸੀ। ਕੁਝ ਸਮਾਂ ਪਾ ਕੇ ਉਹ ਜੋਗੀ ਚੜ੍ਹਾਈਆਂ ਕਰ ਗਿਆ। ਜੋਗੀ ਦੇ ਚੇਲਿਆਂ ਨੇ ਆਣ ਕੇ ਭਗਤ ਕਬੀਰ ਸਾਹਿਬ ਜੀ ਨੂੰ ਉਸ ਦੇ ਮਿਰਤੂ ਬਾਰੇ ਦੱਸਿਆ ਕਿ ਭਗਤ ਜੀ, ਜੋਗੀ ਜੀ ਝੋਲਾ ਛੱਡ ਗਏ ਹਨ, ਸਰੀਰ ਛੱਡ ਗਏ ਹਨ। ਤਾਂ ਕਬੀਰ ਜੀ ਉਸ ਦੇ ਘਰ ਵਿੱਚ ਗਏ ਤੇ ਉੱਥੇ ਹੀ ਬੈਰਾਗਮਈ ਸ਼ਬਦ ਉਚਾਰਨ ਕਰਦੇ ਹਨ। ਇਸੇ ਪ੍ਰਥਾਏ ਦੂਜਾ ਸ਼ਬਦ ਆਸਾ ਰਾਗ ਵਿੱਚ ਵੀ ਆਉਂਦਾ ਹੈ। ਗਾਗਨ ਨਗਰ ਇੱਕ ਬੂੰਦ ਨਾ ਵਰਖ ਹੈ, ਕਿ ਇੱਥੇ ਵੀ ਇਹ ਸ਼ਬਦ ਆਉਂਦਾ ਹੈ। ਭਗਤ ਜੀ ਗੁਰਬਾਣੀ ਦੁਆਰਾ ਕਹਿਣ ਲੱਗੇ ਕਿ ਜਹ ਕਛ ਤਾਹਾਂ, ਜਹ ਕਛ ਆਹਾਂ ਤਹਾਂ ਕਿਛ ਨਾਹੀ। ਭਗਤ ਜੀ ਕਹਿਣ ਲੱਗੇ ਜਹ ਜਿੱਥੇ ਕੁਝ ਤਨਕ ਮਾਤਰ ਜੋਗੀ ਦਾ ਬੋਲਣਾ ਵਿਵਹਾਰ ਆਦਿਕ ਹੋ ਰਿਹਾ ਸੀ, ਉਹ ਆਹਾਂ ਸੀ, ਤਹਾਂ ਉੱਥੇ ਹੁਣ ਕੁਝ ਵੀ ਨਹੀਂ ਦਿਸ ਰਿਹਾ। ਜਹ ਕਛ, ਜਹ ਜਿੱਥੇ ਕਛ ਕੁਝ, ਤਨਕ ਮਾਤਰ ਜੋਗੀ ਦਾ ਬੋਲਣਾ ਸੀ, ਜੋਗੀ ਵਿਵਹਾਰ ਕਰਦਾ ਸੀ, ਤੇ ਇਹ ਸਭ ਕੁਝ ਹੋ ਰਿਹਾ ਸੀ ਜੋਗੀ ਦਾ। ਤਾਹਾਂ ਕਿਸ ਨਾਹੀ, ਉੱਥੇ ਹੁਣ ਕੁਝ ਵੀ ਨਹੀਂ ਦਿਸ ਰਿਹਾ। ਭਾਵ ਜੋਗੀ ਕਹਿੰਦਾ ਸੀ ਕਿ ਮੈਨੂੰ ਬ੍ਰਹਿਮੰਡ ਦੀਆਂ ਖਬਰਾਂ ਪ੍ਰਾਪਤ ਹੁੰਦੀਆਂ ਹਨ। ਦੁਰਵਚਨ ਹੁੰਦਾ ਸੀ ਇਹ, ਬ੍ਰਹਿਮੰਡ ਦੀਆਂ ਖਬਰਾਂ ਕਿੱਥੇ ਪ੍ਰਾਪਤ ਹੁੰਦੀਆਂ ਹਨ। ਭਗਤ ਜੀ ਕਹਿਣ ਲੱਗੇ ਦੁਰਦਰਸ਼ਨ ਹੁੰਦਾ ਸੀ, ਆਦਿਕ ਹੁਣ ਕੁਝ ਵੀ ਨਹੀਂ ਹੈ। ਪਹਿਲਾ ਜੋਗੀ ਕਹਿੰਦਾ ਸੀ ਕਿ ਮੈਨੂੰ ਪੰਜ ਤੱਤ ਤਹਿ ਨਾਹੀ, ਕਿ ਮੈਨੂੰ ਪੰਜ ਤੱਤਾਂ ਦਾ ਰੰਗ ਪ੍ਰਤੀਤ ਹੁੰਦਾ ਹੈ। ਹੁਣ ਉੱਥੇ ਕੁਝ ਵੀ ਨਹੀਂ ਹੁੰਦਾ। ਈੜਾ ਪਿੰਗਲਾ ਸੁਖਮਨ ਬੰਦੇ, ਕਿ ਜੋਗੀ ਕਹਿੰਦਾ ਸੀ ਈੜਾ ਚੰਦਰਮਾ ਦੀ ਸੁਰ ਨਾਲ ਜਦੋਂ ਗਰਮੈਸ਼ ਵਧੀ ਹੋਵੇ ਉਦੋਂ ਪ੍ਰਾਣ ਚੜਾਉਂਦਾ ਹੈ,
ਤੇ ਪਿੰਗਲਾ ਸੂਰਜ ਦੀ ਸੁਰ ਦੁਆਰਾ ਠੰਡ ਵਧੀ ਹੋਵੇ ਉਦੋਂ ਪ੍ਰਾਣ ਚੜਾਉਂਦੇ ਹਨ। ਤੇ ਸੁਖਮਨ ਬੰਦੇ ਸੁਖਮਣਾ ਨਾੜੀ ਵਿੱਚ ਪ੍ਰਾਣਾਂ ਨੂੰ ਠਹਿਰਾਉਂਦਾ ਹੈ। ਇਹ ਬੰਦੇ ਇਹ ਬੰਧਾਨ ਭਾਵ ਮਰਜ਼ਾਦਾ ਸੀ। ਤੇ ਫਿਰ ਕਹਿੰਦਾ ਕਿ ਮੇਰਾ ਓਂਕਾਰ ਸ਼ਬਦ ਉਚਾਰਿਆ ਹੋਇਆ 12 ਵਾਰੀ ਸਵਾਸ ਉੱਪਰ ਨੂੰ ਜਾਂਦਾ ਹੈ ਤੇ ਓਂ ਹੀ ਉਚਾਰਦੇ ਹੋਏ 12 ਵਾਰੀ ਸਵਾਸ ਹੇਠਾਂ ਨੂੰ ਆਉਂਦੇ ਹਨ। ਇਉਂ ਰੇਚਕ ਕੁੰਭਕ ਕਰਦਾ ਗਿਣਤੀ ਕਰਦਾ ਸੀ। ਇਹ ਆਬਗਾਨ ਕਤ ਜਾਹੀ ਇਹ ਆਬ ਭਾਵ ਹੁਣ ਨਿਸ਼ਚੇ ਕਰਕੇ ਗਿਣਤੀ ਕਿੱਥੇ ਚਲੀ ਗਈ ਹੈ, ਭਾਵ ਕੁਝ ਵੀ ਨਹੀਂ ਰਿਹਾ। ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਭਗਤ ਜੀ ਕਹਿਣ ਲੱਗੇ, ਹੇ ਭਾਈ, ਤੇਰਾ ਸਵਾਸਾ ਰੂਪੀ ਤਾਗਾ ਟੁੱਟ ਗਿਆ ਹੈ। ਗਗਨ 10ਵਾਂ ਦੁਆਰ ਜਿਸ ਰਾਹੀਂ ਪ੍ਰਾਣ ਕੱਢੇ ਹਨ ਉਹ ਵੀ ਨਾਸ ਹੋ ਗਿਆ ਹੈ। ਤੇ ਪਹਿਲਾਂ ਜੋ ਤੇਰਾ ਬੋਲਤ ਕਹਾਂ ਸਮਾਈ, ਪਹਿਲਾਂ ਜੋ ਤੇਰਾ ਬੋਲਤ ਬੋਲ ਚਾਲ ਸੀ, ਭਾਵ ਕਹਿੰਦਾ ਸੀ ਕਿ ਆਓ ਸੰਤ ਜੀ, ਆਓ ਮਹਾਤਮਾ ਜੀ, ਆਓ ਪਰਮੇਸ਼ਰ ਜੀ ਆਦਿਕ ਕਹਿੰਦਾ ਸੀ, ਉਹ ਹੁਣ ਕਹਾਂ ਕਿੱਥੇ ਸਮਾ ਗਿਆ ਹੈ, ਭਾਵ ਜੋਗੀ ਹੁਣ ਕੁਝ ਵੀ ਨਹੀਂ ਬੋਲ ਰਿਹਾ। ਇਹ ਸੰਸਾ ਮੋਕੋ ਅਨਦਿਨ ਵਿਆਪੈ। ਭਗਤ ਜੀ ਕਥਨ ਕਰਦੇ ਹਨ ਕਿ ਇਹ ਸੰਸਾ, ਇਹ ਭਰਮ ਮੈਨੂੰ ਅਨ ਦਿਨ ਰਾਤ ਦਿਨ ਵਿਆਪਦਾ ਹੈ। ਕਿ ਪਹਿਲਾਂ ਤਾਂ ਜੋਗੀ ਮੈਨੂੰ ਹਠ ਯੋਗ ਦੀ ਪ੍ਰਕਿਰਿਆ ਦੱਸਦਾ ਸੀ, ਤੇ ਹੁਣ ਮੋਕੋ ਕੋ ਨਾ ਕਹਿ ਸਮਝਾਈ, ਤੇ ਮੋਕੋ ਹੁਣ ਮੈਨੂੰ ਕੋਈ ਵੀ ਸਮਝਾ ਕੇ ਦੱਸ ਨਹੀਂ ਰਿਹਾ। ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਜਹ ਬਰਭੰਡ ਪਿੰਡ ਤਹ ਨਾਹੀ। ਹੇ ਜੋਗੀ, ਅੱਗੇ ਤੂੰ ਜਹ ਜਿੱਥੇ ਬ੍ਰਹਮੰਡ ਦੀਆਂ ਖਬਰਾਂ ਦੱਸਦਾ ਹੁੰਦਾ ਸੀ, ਤਹ ਨਾਹੀ, ਤਹ ਤਿੱਥੇ ਹੁਣ ਤੈਨੂੰ ਆਪਣੇ ਪਿੰਡ ਆਪਣੇ ਸਰੀਰ ਦੀ ਖਬਰ ਨਹੀਂ, ਪਿੰਡ ਨਗਰ ਦੀ ਵੀ ਖਬਰ ਨਹੀਂ। ਪਹਿਲਾਂ ਤੇਰਾ ਮਨ ਸੰਕਲਪ ਵਿਕਲਪ ਕਰਦਾ ਸੀ, ਪਰੰਤੂ ਰਚਨਹਾਰ ਤਹ ਨਾਹੀ, ਪਰੰਤੂ ਤਹ ਤਿੱਥੇ ਹੁਣ ਰਚਨਹਾਰ, ਰਚਨਾ ਬਣਾਉਣ ਵਾਲਾ ਤੇਰਾ ਮਨ ਵੀ ਨਹੀਂ ਹੈ। ਜੋਗੀ ਦੇ ਚੇਲੇ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਕਿ ਭਗਤ ਕਬੀਰ ਜੀ, ਸਾਡਾ ਗੁਰੂ ਕਿੱਥੇ ਹੈ? ਤਾਂ ਭਗਤ ਜੀ ਕਹਿਣ ਲੱਗੇ, ਜੋੜਨਹਾਰੋ ਸਦਾ ਅਤੀਤਾ। ਹੈ ਭਾਈ, ਜਿਹੜੀ ਬਿਰਤੀ ਨੂੰ ਜੋੜਨਹਾਰੋ ਜੋੜਨ ਵਾਲਾ ਸੀ, ਉਹ ਤਾਂ ਹਮੇਸ਼ਾ ਲਈ ਅਤੀਤਾ ਅਸੰਗ ਹੈ। ਫਿਰ ਇਹ ਗੱਲ ਕਿਸ ਦੇ ਇਹ ਕਹੀ ਹੈ ਕਿਸ ਮਾਹੀ, ਕਿ ਇਹ ਗੱਲ ਕਿਸ ਦੇ ਮਾਹੀ, ਕਿਸ ਦੇ ਵਿੱਚ ਦੱਸਣਾ ਕਰੀਏ ਕਿ ਜੋਗੀ ਕਿੱਧਰ ਨੂੰ ਚਲਿਆ ਗਿਆ ਹੈ। ਜੋੜੀ ਜੁੜੈ ਨਾ ਤੋੜੀ ਟੂਟੈ, ਜਬ ਲਗ ਹੋਏ ਵਿਨਾਸੀ। ਭਗਤ ਜੀ ਕਹਿਣ ਲੱਗੇ, ਪਹਿਲਾਂ ਜੋਗੀ ਜਦੋਂ ਯੋਗਾ ਅਭਿਆਸ ਕਰਨਾ ਨਹੀਂ ਸਿੱਖਿਆ ਸੀ, ਉਦੋਂ ਇਸ ਦੀ ਬਿਰਤੀ ਜੋੜੀ ਲਾਈ ਹੋਈ ਨਹੀਂ ਜੁੜਦੀ ਸੀ। ਜਦੋਂ ਯੋਗ ਕਲਾ ਸਿੱਖ ਲਈ ਤਾਂ ਫਿਰ ਤੋੜੀ ਟੂਟੈ, ਕਿ ਫਿਰ ਤੋੜੀ ਹੋਈ ਟੁੱਟਦੀ ਨਹੀਂ ਸੀ, ਅਤੇ ਜਬ ਲਗ ਹੋਏ ਬਿਨਾਸੀ, ਜਾਵ ਜਦ ਲਗ ਤੱਕ ਬਿਨਾਸੀ ਬਿਨਾ ਆਸਾ ਤੋਂ ਹੋ ਰਿਹਾ ਸੀ, ਤਦ ਤੱਕ 10ਵੇਂ ਦੁਆਰ ਵਿੱਚ ਪ੍ਰਾਣ ਟਿਕੇ ਰਹੇ ਸਨ। ਹੇ ਭਾਈ, ਜਦੋਂ ਹੁਣ ਬਿਨਾਸੀ ਨਾਸ ਹੋ ਗਿਆ ਹੈ, ਤਾਂ ਕਾਕੋ ਠਾਕੁਰ ਕਾਕੋ ਸੇਵਕ, ਕੋ ਕਾਹੂ ਕਹਿ ਜਾਸੀ। ਕਾ ਕੌਣ,
ਕਿਸੇ ਦਾ ਠਾਕੁਰ ਸੁਆਮੀ ਹੈ। ਕੋ ਕੌਣ ਕਿਸੇ ਦਾ ਸੇਵਕ ਦਾਸ ਹੈ, ਅਤੇ ਕੌਣ ਕਿਸੇ ਦਾ ਜਾਸੀ ਜਾਵੇਗਾ। ਭਾਵ ਜਦੋਂ ਜੋਗੀ ਹੀ ਨਹੀਂ ਰਿਹਾ ਤਾਂ ਫਿਰ ਕੀ ਆਉਣ ਦੀ ਲੋੜ ਪਵੇਗੀ। ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੈ ਦਿਨ ਰਾਤੀ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਜੋਗੀ ਦੇ ਚੇਲਿਓ, ਆਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋਗੀ ਕਿੱਥੇ ਗਿਆ ਹੈ। ਇਸ ਦੀ ਬਿਰਤੀ ਲੱਗ ਰਹੀ ਹੈ। ਜਿੱਥੇ ਇਹ ਦਿਨ ਰਾਤ ਨੂੰ ਬਸਦਾ ਸੀ, ਭਾਵ ਜੋਗੀਆਂ ਨੂੰ ਬ੍ਰਹਮ ਲੋਕ ਦੀ ਇੱਛਾ ਹੁੰਦੀ ਹੈ ਕਿ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਜਾਏ। ਇਸ ਕਰਕੇ ਇਸ ਨੂੰ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਗਈ ਹੈ। ਉਆ ਕਾ ਮਰਮ ਉਹੀ ਪਰ ਜਾਣੈ, ਉਹ ਤੋ ਸਦਾ ਅਬਨਾਸੀ। ਕਹਿਣ ਲੱਗੇ ਹੈ ਮਹਾਰਾਜ, ਉਸ ਜੋਗੀ ਦਾ ਮਰਮ ਭੇਦ ਤਾਂ ਉਹ ਹੀ ਵਿਸ਼ੇਸ਼ ਕਰਕੇ ਜਾਣਦਾ ਹੈ, ਪਰੰਤੂ ਤੁਸੀਂ ਉਹ ਕਿਸ ਨੂੰ ਕਿਹਾ ਹੈ। ਚੇਲੇ ਕਹਿਣ ਲੱਗੇ ਉਹ ਕਿਸ ਨੂੰ ਕਿਹਾ ਹੈ। ਕਿ ਭਗਤ ਜੀ ਕਹਿਣ ਲੱਗੇ ਉਹ ਤਾਂ ਅਸੀਂ ਪਰਮੇਸ਼ਰ ਨੂੰ ਕਹਿੰਦੇ ਹਾਂ, ਜਿਹੜਾ ਹਮੇਸ਼ਾ ਹੀ ਅਬਨਾਸੀ ਨਾਸ਼ ਤੋਂ ਰਹਿਤ ਹੈ। ਸੋ ਇਸ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਜੋਗੀ ਦੇ ਅੰਤ ਸਮੇਂ ਦੀ ਹਾਲਤ ਦਰਸਾ ਕੇ ਕਹਿੰਦੇ ਹਨ ਕਿ ਭਾਵੇਂ ਕਿੰਨਾ ਜੋਗ ਕਮਾ ਲਵੇ, ਪਰੰਤੂ ਅੰਤ ਨੂੰ ਉਸ ਨੂੰ ਕੋਈ ਸੋਝੀ ਨਹੀਂ ਰਹਿੰਦੀ। ਇਸ ਪ੍ਰਕਾਰ ਪਹਿਲਾਂ ਯੋਗਾ ਅਭਿਆਸ ਦੱਸ ਕਰਕੇ ਹੁਣ ਗਿਆਨ ਕਾਂਡ ਦੁਆਰਾ ਜੋ ਦਾਤ ਪ੍ਰਾਪਤ ਹੁੰਦੀ ਹੈ ਉਹ ਕਥਨ ਕਰਦੇ ਹਨ ਕਿ ਦੂਸਰੇ ਅਰਥ ਦੇ ਵਿੱਚ ਜਹ ਕਛ ਆਹਾ ਤਹਾ ਕਿਸ ਨਾਹੀ, ਪੰਜ ਤਤ ਤਹ ਨਾਹੀ। ਹੇ ਭਾਈ, ਜਹ ਜਿਸ ਅਗਿਆਨ ਕਾਲ ਵਿੱਚ ਇਹ ਸੰਸਾਰ ਕਸ ਕੁਝ ਸਤ ਭਾਸਦਾ ਸੀ, ਪ੍ਰਤੀਤ ਹੁੰਦਾ ਸੀ, ਉਥੇ ਹੁਣ ਗਿਆਨ ਕਾਲ ਵਿੱਚ ਕੁਝ ਵੀ ਨਹੀਂ ਪ੍ਰਤੀਤ ਹੋ ਰਿਹਾ ਕਿ ਪੰਜ ਤਤ ਤੈ ਨਾਹੀ, ਸਭ ਮਿਥਿਆ ਪ੍ਰਤੀਤ ਹੋ ਰਿਹਾ ਹੈ। ਪਹਿਲਾਂ ਜੋ ਪੰਜਾਂ ਤੱਤਾਂ ਦੇ ਧਿਆਨ ਵਿੱਚ ਜੁੜੇ ਰਹਿੰਦੇ ਸੀ, ਤਹ ਤਿੱਥੇ ਬ੍ਰਹਮ ਗਿਆਨ ਵਿੱਚ ਇਹਨਾਂ ਪੰਜਾਂ ਤੱਤਾਂ ਦੀ ਪ੍ਰਤੀਤੀ ਨਹੀਂ ਹੁੰਦੀ। ਈੜਾ ਪਿੰਗਲਾ ਸੁਖਮਨ ਬੰਦੇ, ਏ ਆਪ ਗਾਨਕਤ ਜਾਹੀ। ਜਿਹੜਾ ਈੜਾ ਖੱਬੀ ਸੁਰ ਦੁਆਰਾ ਪ੍ਰਾਣਾਂ ਨੂੰ ਚੜਾਉਣਾ ਸੀ ਤੇ ਪਿੰਗਲਾ ਸੱਜੀ ਸੁਰ ਦੁਆਰਾ ਉਤਾਰਨਾ ਜਾਂ ਚੜਾਉਣਾ ਸੀ, ਅਤੇ ਸੁਖਮਨ ਸੁਖਮਨਾ ਵਿੱਚ ਪਾਉਣ ਨੂੰ ਅੱਡੀ ਆਦਿਕ ਬੰਨ ਲਗਾ ਕੇ ਰੋਕ ਕੇ ਰੱਖਣਾ ਸੀ। ਇਹ ਆਬ ਭਾਵ ਹੁਣ ਵਿਸ਼ੇਸ਼ ਕਰਕੇ ਗਿਣਤੀ ਕਿੱਥੇ ਚਲੀ ਗਈ, ਔਗਣ ਆਦਿਕ ਕਿੱਥੇ ਚਲੇ ਗਏ। ਭਾਵ ਬ੍ਰਹਮ ਗਿਆਨੀ ਨੂੰ ਕਿਸੇ ਪ੍ਰਕਾਰ ਦੀ ਗਿਣਤੀ ਮਿਣਤੀ ਯੋਗਾ ਅਭਿਆਸ ਦੀ ਲੋੜ ਨਹੀਂ ਰਹਿੰਦੀ, ਅਤੇ ਉੱਥੇ ਕੋਈ ਔਗਣ ਵੀ ਨਹੀਂ ਰਹਿੰਦਾ। ਉਹ ਆਪਣੇ ਆਨੰਦ ਵਿੱਚ ਲੀਨ ਰਹਿੰਦੇ ਹਨ। ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਬ੍ਰਹਮ ਗਿਆਨੀ ਦਾ ਮੋਹ ਰੂਪੀ ਧਾਗਾ ਵੀ ਟੁੱਟ ਗਿਆ ਤੇ ਗਗਨ ਆਕਾਸ਼ ਭਾਵ ਖਾਲੀ ਰਹਿਣਾ। ਜਿਸ ਪ੍ਰਕਾਰ ਲੋਭੀ ਦਾ ਹਿਰਦਾ ਕਿਸੇ ਪਦਾਰਥਾਂ ਨਾਲ ਭਰਦਾ ਨਹੀਂ, ਇਸੇ ਪ੍ਰਕਾਰ ਉਹਨਾਂ ਦਾ ਲੋਭ ਰੂਪੀ ਆਕਾਸ਼ ਵਿਸ਼ੇਸ਼ ਕਰਕੇ ਨਾਸ ਹੋ ਗਿਆ ਹੈ। ਅਤੇ ਤੇਰਾ ਬੋਲਤ ਕਹਾਂ ਸਮਾਈ। ਭਗਤ ਜੀ ਕਹਿਣ ਲੱਗੇ ਪਹਿਲਾਂ ਜੋ ਤੇਰਾ ਮੇਰ ਤੇਰ ਦੇ ਬੋਲ ਚਾਲ ਸੀ ਉਹ ਹੁਣ ਕਿੱਥੇ ਹਨ। ਤਾਂ ਕਹਿੰਦੇ ਕਿ ਉਹ ਆਤਮ ਦਰਸੀ ਦੇ ਵਿੱਚ ਸਮਾ ਗਏ ਹਨ। ਇਹ ਸੰਸਾ ਮੋਕੋ ਅੰਦਨ ਵਿਆਪੈ, ਮੋਕੋ ਕੋ ਨਾ ਕਹੈ ਸਮਝਾਈ। ਕਿ ਅਗਿਆਨ ਕਾਲ ਵਿੱਚ ਮੋਕੋ ਮੈਨੂੰ, ਇਹ ਸੰਸਾ ਇਹ ਪ੍ਰਾਣਗਤ ਪ੍ਰੇਗਤ ਆਦਿਕ ਸੰਸੇ ਰਾਤ ਦਿਨ ਵਿਆਪਦੇ ਸਨ। ਹੁਣ
ਮੋਕੋ ਕੋ ਨਾ ਕਹੈ ਸਮਝਾਈ, ਕਿ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਦੇ ਸਮਝਾਉਣ ਕਰਕੇ ਮੋਕੋ ਮੈਨੂੰ ਸਮਝ ਆ ਗਈ ਹੈ ਤੇ ਸਾਡਾ ਕੋਈ ਵੀ ਸੰਸਾ ਨਹੀਂ ਰਿਹਾ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਜਹ ਬਰਭੰਡ ਪਿੰਡ ਤਹਿ ਨਾਹੀ, ਰਚਨਹਾਰ ਤਹਿ ਨਾਹੀ। ਕਹਿਣ ਲੱਗੇ ਪਹਿਲਾਂ ਜਹ ਜਿੱਥੇ ਬ੍ਰਹਿਮੰਡ ਕਿ ਬ੍ਰਹਿਮੰਡਾਂ ਦੀ ਕਲਪਨਾ ਕਰਦੇ ਸੀ, ਉੱਥੇ ਹੁਣ ਸਰੀਰ ਦਾ ਅਧਿਆਸ ਵੀ ਨਹੀਂ ਰਿਹਾ, ਇਹ ਵੀ ਮਿਟ ਗਿਆ। ਉਸ ਨੂੰ ਰਚਣ ਵਾਲਾ ਅਗਿਆਨ ਸੀ, ਉਹ ਵੀ ਨਾ ਰਿਹਾ। ਜੋੜਨ ਹਾਰੋ ਸਦਾ ਅਤੀਤਾ, ਇਹ ਕਹੀਐ ਕਿਸ ਮਾਹੀ। ਜਿਹੜੇ ਬ੍ਰਹਮਾਕਾਰ ਬਿਰਤੀ ਨੂੰ ਜੋੜਨ ਹਾਰੋ ਜੋੜਨ ਵਾਲੇ ਹਨ, ਉਹ ਹਮੇਸ਼ਾ ਅਤੀਤਾ ਅਸੰਗ ਹਨ। ਫਿਰ ਇਹ ਜਗਤ ਕਿਸ ਦੇ ਵਿੱਚ ਕਹਿਣਾ ਕਰੀਏ ਕਿ ਜਿਨ੍ਹਾਂ ਨੇ ਅਗਿਆਨ ਦੇ ਵਿੱਚ ਸੁਰਤ ਨਹੀਂ ਜੋੜੀ, ਉਹਨਾਂ ਦੇ ਵਿੱਚ ਜੋੜੀ ਜੁੜੈ ਨ ਤੋੜੀ ਟੂਟੈ, ਜਬ ਲਗ ਹੋਏ ਵਿਨਾਸੀ। ਪਹਿਲਾਂ ਤਾਂ ਦੇਹ ਅਧਿਆਸ ਹੰਗਤਾ ਹੋਣ ਕਰਕੇ, ਅਗਿਆਨ ਦੀ ਅੰਸ਼ ਰਹਿਣ ਕਰਕੇ ਬਿਰਤੀ ਜੋੜੀ ਹੋਈ ਵੀ ਜੁੜਦੀ ਨਹੀਂ ਸੀ, ਤੇ ਜਦੋਂ ਸਤਿਗੁਰਾਂ ਦੀ ਕਿਰਪਾ ਹੋ ਗਈ ਤਾਂ ਫਿਰ ਤੋੜੀ ਹੋਈ ਵੀ ਟੁੱਟਦੀ ਨਹੀਂ। ਜਿੰਨਾ ਚਿਰ ਚਿੱਤ ਦੀ ਬਿਰਤੀ ਮਾਇਆ ਦੇ ਮੋਹ ਵਿੱਚ ਲੱਗੀ ਹੈ, ਉਤਨਾ ਚਿਰ ਜੋੜੀ ਹੋਈ ਜੁੜਦੀ ਨਹੀਂ। ਤੇ ਜਦੋਂ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਮਾਇਆ ਦਾ ਮੋਹ ਤੋੜ ਦੇਣ, ਹੰਗਤਾ ਮਮਤਾ ਮੇਟ ਦੇਣ, ਤਾਂ ਫਿਰ ਤੋੜੀ ਹੋਈ ਟੁੱਟਦੀ ਨਹੀਂ ਹੈ। ਜਿੰਨਾ ਚਿਰ ਤੱਕ ਪਰਾਲਬਧ ਹੈ ਤਾਂ ਸਰੀਰ ਕਰਕੇ ਖੜੇ ਰਹਿੰਦੇ ਹਨ, ਪਰੰਤੂ ਦੇਹ ਦੀ ਆਸਾ ਤੋਂ ਬਿਨਾਂ ਹੁੰਦੇ ਹਨ। ਕਿਉਂਕਿ ਜਦੋਂ ਬ੍ਰਹਮ ਗਿਆਨ ਹੋ ਗਿਆ, ਉਸ ਦਿਨ ਤੋਂ ਉਹਨਾਂ ਨੇ ਦੇਹ ਨੂੰ ਨਾਸਵੰਤ ਜਾਣ ਲਿਆ ਹੈ। ਕਾਕੋ ਠਾਕਰ ਕਾਕੋ ਸੇਵਕ, ਕੋ ਕਾਹੂੰ ਕਹਿ ਜਾਸੀ। ਕਿ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਕੋ ਕੌਣ ਕਿਸੇ ਦਾ ਕੋਈ ਠਾਕੁਰ ਮਾਲਕ ਹੈ ਜਿਸ ਦੀ ਉਪਾਸਨਾ ਕਰਨੀ ਹੈ, ਤੇ ਕੌਣ ਕਿਸੇ ਦਾ ਸੇਵਕ ਨੌਕਰ ਹੈ ਜਿਸ ਨੇ ਉਪਾਸਨਾ ਕਰਨੀ ਹੈ, ਤੇ ਕੌਣ ਉੱਥੇ ਕੋਈ ਮੁਰਸ਼ਦ ਹੈ, ਤੇ ਕਿਹੜਾ ਉੱਥੇ ਕਿਸੇ ਦੇ ਕੋਲ ਚੇਲਾ ਬਣ ਕੇ ਜਾਂਦਾ ਹੈ। ਭਾਵ ਉੱਥੇ ਇਹ ਕੁਝ ਵੀ ਨਹੀਂ ਰਹਿੰਦਾ। ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੇ ਦਿਨ ਰਾਤੀ। ਭਗਤ ਜੀ ਕਥਨ ਕਰਦੇ ਹਨ ਕਿ ਬ੍ਰਹਮ ਵੇਤਿਆਂ ਦੀ ਉੱਥੇ ਉਸ ਸਰੂਪ ਵਿੱਚ ਬਿਰਤੀ ਲੱਗ ਰਹੀ ਹੈ, ਜਿੱਥੇ ਦਿਨ ਅਤੇ ਰਾਤ ਦੀ ਬਸੇ ਬਸ ਹੈ। ਦਿਨ ਦੀ ਨਿਆਈ ਕਿ ਮੈਂ ਤਤ ਗਿਆਨੀ ਹਾਂ, ਤੇ ਮੈਨੂੰ ਚੌਥੀ ਭੂਮਿਕਾ ਦੀ ਪ੍ਰਾਪਤੀ ਹੈ, ਤੇ ਅਵਿਦਿਆ ਰੂਪੀ ਰਾਤ ਦੋਵਾਂ ਦੀ ਬਸ ਹੋ ਜਾਂਦੀ ਹੈ। ਜਿੱਥੇ ਦਿਨ ਭਾਵ ਗਿਆਨ ਸਰੂਪ ਵਿੱਚ ਵਸੀਂਦਾ ਹੈ, ਅਪਰੋਖ ਗਿਆਨ ਦੇ ਆਨੰਦ ਵਿੱਚ ਲੀਨ ਰਹਿੰਦਾ ਹੈ, ਤੇ ਅਵਿਦਿਆ ਰੂਪੀ ਰਾਤ ਦੀ ਬਸ ਹੋ ਗਈ ਹੈ। ਵਾਕਾ ਮਰਮ ਉਹੀ ਪਰ ਜਾਣੈ, ਉਹ ਤੋ ਸਦਾ ਅਬਨਾਸੀ। ਉਸ ਬ੍ਰਹਮ ਦਾ ਮਰਮ ਭੇਦ ਉਹ ਆਪ ਹੀ ਵਿਸ਼ੇਸ਼ ਕਰਕੇ ਜਾਣਦਾ ਹੈ। ਉਹ ਬ੍ਰਹਮ ਗਿਆਨੀ ਤਾਂ ਹਮੇਸ਼ਾ ਹੀ ਅਬਨਾਸੀ ਨਾਸ ਤੋਂ ਰਹਿਤ ਸਰੂਪ ਦੇ ਵਿੱਚ ਇਸਤਤ ਹੋ ਜਾਂਦਾ ਹੈ, ਇਕਮਿਕ ਹੋ ਜਾਂਦਾ ਹੈ। ਅੱਗੇ ਗੌੜੀ ਰਾਗ ਦੇ ਅੰਦਰ ਭਗਤ ਜੀ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ। ਇਸੇ ਸ਼ਬਦ ਦੇ ਨਾਲ ਮਿਲਦਾ ਸ਼ਬਦ ਹੈ ਕਿ ਉਸ ਜੋਗੀ ਦੇ ਮਰਨ ਮਗਰੋਂ ਉਸ ਦੇ ਚੇਲਿਆਂ ਨੇ ਭਗਤ ਕਬੀਰ ਜੀ ਨੂੰ ਕਿਹਾ ਕਿ ਭਗਤ ਕਬੀਰ ਜੀ, ਤੁਸੀਂ ਆਪਣੇ ਕੰਨਾਂ ਵਿੱਚ ਮੁੰਦਰਾਂ ਪਾ ਲਓ, ਆਦਿਕ ਜੋਗ ਭੇਖ ਧਾਰਨ ਕਰ ਲਓ, ਤੇ ਅਸੀਂ ਤੁਹਾਨੂੰ ਜੋਗੀ ਦੀ ਗੱਦੀ ਦੇ ਦਿੰਦੇ ਹਾਂ ਕਿ ਸਾਡਾ ਗੁਰੂ ਤਾਂ ਚਲਿਆ ਗਿਆ, ਤੁਸੀਂ ਸਾਡੇ ਗੁਰੂ ਬਣ ਕੇ ਇਸ ਜੋਗੀ ਦੇ ਅਸਥਾਨ ਪਰ ਬੈਠ ਜਾਵੋ, ਅਸੀਂ ਤੁਹਾਡੀ ਪੂਜਾ ਕਰਿਆ ਕਰਾਂਗੇ। ਇਹ ਸੁਣ ਕੇ ਭਗਤ ਕਬੀਰ ਜੀ ਕਹਿੰਦੇ ਕਿ ਹੇ ਭਾਈ,
ਅਸੀਂ ਤਾਂ ਪਹਿਲਾਂ ਹੀ ਜੋਗੀ ਹਾਂ। ਅੱਗੋਂ ਉਸ ਦੇ ਚੇਲੇ ਕਹਿੰਦੇ ਹਨ, ਭਗਤ ਜੀ ਜੋਗੀ ਤਾਂ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਹਨ, ਤੁਹਾਡੀਆਂ ਮੁੰਦਰਾਂ ਕਿਹੜੀਆਂ ਹਨ? ਤਾਂ ਭਗਤ ਕਬੀਰ ਜੀ ਇਹ ਪਾਵਨ ਸ਼ਬਦ ਉਚਾਰਨ ਕਰਕੇ ਕਥਨ ਕਰਦੇ ਹਨ ਕਿ ਸਾਡੀਆਂ ਕਿਹੜੀਆਂ ਮੁੰਦਰਾਂ ਹਨ। ਸੁਰਤ ਸਿਮਰਤ ਦੋਏ ਕੰਨੀ ਮੁੰਦਰਾਂ, ਪਾਰਮਿਤ ਬਾਹਰ ਖਿੰਥਾ। ਕਹਿਣ ਲੱਗੇ, ਹੈ ਭਾਈ ਜੋ ਪਰਮੇਸ਼ਰ ਦੇ ਨਾਮ ਨੂੰ ਸੁਰਤ ਸ਼ਰਾਵਣ ਕਰਨਾ ਹੈ, ਸੁਣਨਾ ਹੈ, ਤੇ ਸਿਮਰਤ ਸਿਮਰਨ ਕਰਨਾ ਹੈ, ਇਹ ਅਸੀਂ ਆਪਣੇ ਮਨ ਬੁੱਧ ਰੂਪੀ ਜਾਂ ਮਨ ਦੇ ਸੰਕਲਪ ਵਿਕਲਪ ਰੂਪੀ ਦੋਹਾਂ ਕੰਨਾਂ ਨੂੰ ਚੀਰ ਕੇ ਦੋ ਮੁੰਦਰਾਂ ਪਾਈਆਂ ਹੋਈਆਂ ਹਨ ਅਤੇ ਪਾਰਮਿਤ ਬਾਹਰ ਖਿੰਥਾ ਅਤੇ ਪ੍ਰਕਿਰਤੀ ਦੀ ਮਰਜ਼ਾਦਾ ਤੋਂ ਜੋ ਬਾਹਰ ਪਰੇ ਹੋ ਜਾਣਾ ਹੈ, ਇਹ ਅਸੀਂ ਖਿੰਥਾ, ਇਹ ਅਸੀਂ ਗੋਦੜੀ, ਇਹ ਅਸੀਂ ਝੋਲੀ ਪਾਈ ਹੋਈ ਹੈ ਕਿ ਸੁਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਿ ਸੁਨ ਅਫੁਰ ਫੁਰਨਿਆਂ ਤੋਂ ਰਹਿਤ, ਗੁਫਾ ਵਿੱਚ ਬੈਠਣ ਰੂਪ ਅਸਥਿਤੀ ਬੈਠਣ ਦਾ ਵਸਤਰ ਹੈ, ਅਤੇ ਕਲਪ ਵਿਵਰਜਿਤ ਪੰਥਾ ਅਤੇ ਕਲਪਨਾ ਤੋਂ ਵਿਵਰਜਿਤ ਰਹਿਤ ਹੋਣ ਰੂਪੀ ਸਾਡਾ ਪੰਥ ਹੈ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਕਿ ਇਹ ਸਾਡੇ ਰਾਜਨ ਪ੍ਰਕਾਸ਼ ਰੂਪ ਬ੍ਰਹਮ ਸਮਬਿਰਤੀ ਕਰਕੇ ਕਹਿੰਦੇ ਹਨ ਕਿ ਹੇ ਮੇਰੇ ਰਾਜਨ, ਹੇ ਮੇਰੇ ਸੰਤ ਜਨ ਪਿਆਰਿਓ, ਪਿਆਰ ਵਾਲਿਓ, ਇਸ ਤਰ੍ਹਾਂ ਮੈਂ ਬੈਰਾਗੀ ਬੈਰਾਗਵਾਨ ਰਾਗ ਮੋਹ ਦਾ ਤਿਆਗ ਕਰਕੇ ਜੋਗੀ ਬਣਿਆ ਹਾਂ। ਹੁਣ ਨਾ ਮੈਨੂੰ ਮਰਤ ਨਾ ਸੋਗ ਵਿਯੋਗੀ, ਹੁਣ ਨਾ ਮੈਨੂੰ ਮਰਤ ਮਰਨ ਦਾ ਸੋਗ ਫਿਕਰ ਹੈ, ਤੇ ਨਾ ਹੀ ਚੇਤਨ ਬ੍ਰਹਮ ਤੋਂ ਵਿਯੋਗੀ ਵਿਛੋੜਾ ਹੈ। ਕਿਸੇ ਦੇ ਮਰਨ ਤੋਂ ਮੈਨੂੰ ਨਾ ਕੋਈ ਚਿੰਤਾ ਹੈ ਤੇ ਨਾ ਹੀ ਉਸ ਦਾ ਵਿਛੋੜੇ ਦਾ ਦੁੱਖ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਕਹਿਣ ਲੱਗੇ, ਖੰਡ ਬ੍ਰਹਮੰਡ ਮੈਂ ਸਿੰਜੀ ਮੇਰਾ ਬਟੂਆ, ਸਭ ਜਗ ਭਸਮਾ ਧਾਰੀ। ਖੰਡ ਬ੍ਰਹਮੰਡ ਮੈਂ ਸਿੰਜੀ ਮੇਰਾ ਬਟੂਆ, ਕਿ 9 ਖੰਡਾਂ ਬ੍ਰਹਮੰਡਾਂ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪੀ ਜੋਤ ਮੇਰੀ ਸਿੰਜੀ ਜੋਗੀਆਂ ਵਾਲੀ ਤੁਰੀ ਹੈ, ਅਤੇ ਜੋ ਮਨ ਨੂੰ ਸਾਰੇ ਪਦਾਰਥਾਂ ਦੀ ਖਿੱਚ ਵੱਲੋਂ ਵੱਟਣਾ ਕੀਤਾ ਹੈ, ਰੋਕਣਾ ਕੀਤਾ ਹੈ, ਇਹੋ ਸਾਡਾ ਬਟੂਆ ਛੋਟਾ ਥੈਲਾ ਹੈ। ਸਭ ਜਗ ਭਸਮਾ ਧਾਰੀ, ਸਾਰੇ ਸੰਸਾਰ ਨੂੰ ਜੋ ਭਸਮਾ ਧਾਰੀ ਸੁਆਹ ਦੀ ਢੇਰੀ ਸਮਝਿਆ ਹੋਇਆ ਹੈ। ਭਗਤ ਜੀ ਕਹਿਣ ਲੱਗੇ, ਇਹੋ ਅਸੀਂ ਹੱਥ ਵਿੱਚ ਆਧਾਰੀ ਝੋਲੀ ਫੜੀ ਹੋਈ ਹੈ। ਸਾਰੇ ਜੱਗ ਨੂੰ ਜੋ ਭਸਮਾ ਧਾਰੀ ਖਾਕ ਦੀ ਢੇਰੀ ਜਾਣਨਾ ਹੈ, ਇਹੋ ਮੇਰਾ ਬਟੂਆ ਛੋਟਾ ਥੈਲਾ ਹੈ। ਤਾੜੀ ਲਾਈ ਤਿਰਪਲ ਪਲਟੀਐ, ਛੂਟੈ ਹੋਏ ਪਸਾਰੀ। ਤਾੜੀ ਲਾਗੀ ਤਿਰਪਲ ਪਲਟੀਐ, ਤਾੜੀ ਲਾਗੀ ਤਿਰਪਲ ਪਲਟੀਐ, ਕਿ ਛੂਟੈ ਹੋਏ ਪਸਾਰੀ, ਕਿ ਤਿਰਕੁਟੀਆਂ ਆਦਿਕ ਦੀ ਤਿਰਪਲ ਅਬਲਾਖਾ ਇੱਛਾ ਤੋਂ ਬਿਰਤੀ ਪਲਟੀਐ ਉਲਟ ਕੇ। ਤਾੜੀ ਨਿਰਵਿਕਲਪ ਸਮਾਧੀ ਲੱਗੀ ਰਹਿੰਦੀ ਹੈ, ਤਾੜੀ ਸਮਾਧੀ ਕੇ ਲੱਗੀ ਰਹਿੰਦੀ ਹੈ। ਇਸ ਪ੍ਰਕਾਰ ਅਸੀਂ ਇਸ ਬਾਹਰਲੇ ਪਸਾਰੇ ਵੱਲੋਂ ਛੂਟੇ ਹੋਏ ਪਸਾਰੀ ਛੁੱਟੇ ਹੋਏ ਹਾਂ, ਕਿ ਮਨ ਪਾਵਨ ਦੋਇ ਤੁੰਬਾ ਕਰੀ ਹੈ। ਜੁਗ ਜੁਗ ਸਾਰਦ ਸਾਜੀ, ਮਾਨ ਅੰਤਸ ਕਰਨ ਹਿਰਦੇ ਅਤੇ ਪਾਵਨ ਸੁਵਾਸਾਂ ਦੋਏ ਦੋਵੇਂ ਅਸੀਂ ਤੁੰਬਾ ਬਾਜਾ ਕੀਤਾ ਹੈ, ਬਾਜਾ ਬਣਾਇਆ ਹੈ। ਜੁਗ ਜੁਗ ਸਾਰਦ ਸਾਜੀ, ਜੇ ਜੁਗਾਂ ਜੁਗਾਂ ਤੱਕ ਜੋ ਪਰਮੇਸ਼ਰ ਦੀ ਜੋਤ ਜਾਣੀ ਹੈ, ਇਹ ਤੂੰਬਿਆਂ ਵਿੱਚ ਦੇਣ ਵਾਲੀ ਸਾਰਦ ਡੰਡੀ ਸਾਜਣਾ ਕੀਤੀ ਹੈ, ਕਿ ਥਿਰ ਪਈ ਤਾਂਤੀ ਟੂਟ ਸਨਾਹੀ, ਅਨਹਦ ਕਿੰਗੁਰੀ ਬਾਜੀ।
ਜਿਹੜੀ ਬ੍ਰਹਮਾਕਾਰ ਬਿਰਤੀ ਇਸਤਤ ਹੋ ਗਈ ਹੈ, ਟਿਕ ਗਈ ਹੈ, ਇਹੀ ਸਾਡੀ ਤਾਂਤੀ ਤਾਰ ਹੈ, ਜੋ ਕਦਾ ਚਿੱਤ ਵੀ ਕਦੇ ਵੀ ਟੁੱਟਦੀ ਨਹੀਂ ਹੈ। ਅਤੇ ਅਨਹਦ ਕਿੰਗਰੀ ਵਾਜੀ, ਅਨਹਦ ਹੱਦ ਤੋਂ ਰਹਿਤ ਬ੍ਰਹਮ ਨੂੰ ਚਿੰਤਨ ਕਰਨਾ ਹੈ। ਇਹ ਸਾਡੀ ਕਿੰਗਰੀ, ਇਹ ਸਾਡੀ ਵੀਣਾ, ਦੋ ਤੂੰਬੀਆਂ ਵਾਲੀ ਤੰਤਰੀ ਵੱਜ ਰਹੀ ਹੈ। ਸੁਨ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਸੋਨ ਮਾਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਕਿ ਆਪਣੀ ਧੁਨੀ ਨੂੰ ਸਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਕੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਪੂਰਨ ਮਸਤ ਹੋ ਗਏ ਹਾਂ ਤੇ ਮਾਇਆ ਡੋਲ ਨਾ ਲਾਗੀ, ਤੇ ਮਾਇਆ ਦੀ ਡੋਲਣੀ ਨਹੀਂ ਲੱਗਦੀ। ਭਾਵ ਸਾਡੇ ਚਿੱਤ ਦੀ ਬਿਰਤੀ ਨੂੰ ਹੁਣ ਮਾਇਆ ਡਲਾਉਂਦੀ ਨਹੀਂ ਹੈ। ਮਾਇਆ ਗਿਆਨਵਾਨ ਨੂੰ ਛੱਡ ਗਈ ਹੈ ਤੇ ਅਗਿਆਨੀਆਂ ਦੇ ਦੁਆਲੇ ਡੋਲਣ ਭਟਕਣ ਲੱਗ ਪਈ ਹੈ। ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਭਗਤ ਜੀ ਕਥਨ ਕਰਦੇ ਹਨ ਕਿ ਉਹਨਾਂ ਨੂੰ ਪੁਨਰਪ ਫਿਰ ਕਦੀ ਵੀ ਨਿਸ਼ਚੇ ਕਰਕੇ ਜਨਮ ਨਹੀਂ ਲੈਣਾ ਪੈਂਦਾ। ਜਿਹੜੇ ਪੁਰਸ਼ ਬੈਰਾਗੀ, ਬੈਰਾਗਵਾਨ ਹੋ ਕੇ ਅਗਿਆਨ ਦੇ ਖੇਡ ਸੰਸਾਰ ਵਿੱਚੋਂ ਚਲਾ ਗਿਆ, ਜਿਹੜਾ ਖੇਡ ਸੰਸਾਰ ਵਿੱਚੋਂ ਚਲਿਆ ਗਿਆ, ਜਿਹੜਾ ਇਸ ਸੰਸਾਰੂਪੀ ਖੇਲ ਵਿੱਚੋਂ ਗਿਆਨਵਾਨ ਹੋ ਕੇ ਆਤਮਾ ਸਰੂਪ ਵਿੱਚ ਚਲਿਆ ਗਿਆ ਹੈ, ਉਹ ਫਿਰ ਜਨਮਾਂ ਵਿੱਚ ਨਹੀਂ ਆਵੇਗਾ। ਭਗਤ ਕਬੀਰ ਜੀ ਦੀ ਬਾਣੀ ਗੌੜੀ ਰਾਗ ਦੇ ਅੰਦਰ ਕਾਫੀ ਸ਼ਬਦ ਹਨ। ਭਗਤ ਕਬੀਰ ਜੀ ਇਸ ਸ਼ਬਦ ਦੀ ਬਾਕੀ ਸਾਰੀ ਉਤਾਨਕਾ ਪਿੱਛੇ, ਭਗਤ ਕਬੀਰ ਜੀ ਦੇ ਇਸ ਸ਼ਬਦ ਦੀ ਸਾਰੀ ਉਥਾਨਕਾ ਪਿੱਛੇ 324 ਅੰਗ ਉੱਪਰ ਗੌੜੀ ਕਬੀਰ ਜੀ ਕਹੋ ਰੇ ਪੰਡਤ ਬਾਮਨ ਕਬ ਕੇ ਹੋਏ ਆ ਚੁੱਕੀ ਹੈ। ਭਗਤ ਜੀ ਦੁਆਰਾ ਉਹ ਸ਼ਬਦ ਉਚਾਰਨ ਤੋਂ ਬਾਅਦ ਪੰਡਤ ਨੇ ਸਵਾਲ ਕੀਤਾ ਸੀ ਕਿ ਕਬੀਰ ਜੀ ਤੁਸੀਂ ਤਾਂ ਜੁਲਾਹੇ ਹੋ, ਜੋ ਇੱਕ ਨੀਵੀਂ ਜਾਤੀ ਹੈ। ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਹੇ ਪੰਡਤ ਜੀ, ਤੁਸੀਂ ਵੀ ਜਲਾਹੇ ਹੋ ਜੇ ਅਸੀਂ ਜਲਾਹੇ ਹਾਂ, ਤੁਹਾਡਾ ਪਿਤਾ ਵੀ ਜਲਾਹਾ ਹੈ, ਤੁਹਾਡਾ ਦਾਦਾ ਪੜਦਾਦਾ ਆਦਿਕ ਈਸ਼ਵਰ ਵੀ ਜਲਾਹਾ ਹੈ। ਨਾਲ ਈਸ਼ਵਰ ਨੂੰ ਵੀ ਜਲਾਹਾ ਕਹਿਤਾ ਭਗਤ ਜੀ ਨੇ, ਖੁਦ ਬ੍ਰਹਮਾ ਵੀ ਜਲਾਹਾ ਹੈ ਭਗਤ ਜੀ ਕਹਿਣ ਲੱਗੇ, ਕਿਉਂਕਿ ਉਹ ਹਰ ਵੇਲੇ ਸੰਸਾਰ ਦੀ ਤਾਣੀ ਨੂੰ ਤਣਦਾ ਰਹਿੰਦਾ ਹੈ। ਬ੍ਰਹਮਾ ਹੈ ਜਿਹੜਾ, ਭਗਤ ਜੀ ਕਹਿਣ ਲੱਗੇ ਉਹ ਵੀ ਜਲਾਹਾ ਹੈ, ਸੰਸਾਰ ਦੀ ਤਾਣੀ ਨੂੰ ਤਣਦਾ ਰਹਿੰਦਾ ਹੈ। ਪਹਿਲਾਂ ਇਹ ਬਾਹਜ ਅਰਥ ਕਰਕੇ ਫਿਰ ਅੰਤਰੀਵ ਅਰਥ ਕਰਨਗੇ। ਸੋ ਇੱਕ ਜਲਾਹਾ ਸੀ ਜਿਸ ਨੂੰ ਜੂਆ ਖੇਡਣ ਦੀ ਬੜੀ ਭੈੜੀ ਆਦਤ ਪਈ ਸੀ। ਕਿਸੇ ਸਾਹੂਕਾਰ ਦੇ ਘਰੋਂ ਜਲਾਹਾ ਤਾਣੀ ਬੁਣਨ ਲਈ, ਤਾਣੀ ਬੁਣਨ ਵਾਸਤੇ ਕਿਸੇ ਸਾਹੂਕਾਰ ਦੇ ਆਈ ਹੋਈ ਸੀ। ਇਸ ਜਲਾਹੇ ਨੇ ਉਹ ਤਾਣੀ ਨਾ ਬੁਣੀ ਤਾਂ ਇਸ ਦੀ ਘਰਵਾਰੀ ਜਲਾਹੀ ਜਿੱਥੇ ਇਹ ਜੂਆ ਖੇਡ ਰਿਹਾ ਸੀ ਉੱਥੇ ਗਈ ਤੇ ਉੱਥੇ ਜਾ ਕੇ ਉਸ ਨੂੰ ਕੀ ਕਿਹਾ, ਬਾਣੀ ਦੁਆਰਾ ਭਗਤ ਜੀ ਕਥਨ ਕਰਦੇ ਹਨ, ਗਈ ਬਨਾਬਨ ਮਾਹੋ ਘਰ ਛੋੜਿਆ ਜਾਏ ਜਲਾਹੋ ਰਹਾਓ। ਕਿ ਭਗਤ ਜੀ ਕਹਿਣ ਲੱਗੇ ਕਿ ਨਾਮੋ ਕਿ ਮਾਹੋ ਨਾਮ ਦੀ ਜਲਾਹੀ, ਜਿਹੜਾ ਜੂਆ ਖੇਡਦਾ ਸੀ, ਉਸ ਜਲਾਹੇ ਦੇ ਘਰ ਵਾਲੀ ਦਾ ਨਾਮ ਮਾਹੋ ਸੀ। ਕਿ ਮਾਹੋ ਨਾਮ ਦੀ ਜਲਾਹੀ ਤਾਣੀ ਬਣਾਉਣ ਵਾਸਤੇ ਜਲਾਹੇ ਕੋਲ ਗਈ, ਕਿਉਂਕਿ ਜੂਆ ਖੇਡਦਾ ਸੀ। ਉੱਥੇ ਜਾ ਕੇ ਕਹਿਣ ਲੱਗੀ ਕਿ
हे जलाहे तू अपना घर छड्ड दिता है, घर छोड़िया जाए जलाहो, कि हे जलाहिया तू अपना घर छड्ड करके बाहर जाके बैठा है, घर विच ताणी कौन बुनेगा। अगों जलाहा कहंदा कि मैं अजे ताणी मिणी नहीं है, ते फिर बुनागा पहला मिणागा। तां अगों जलाही उसनों कहन लगी, गाज नाब गाज 10 गाज 21 पुरिया एक तनाई। कहंदी तू बहाने लाउंदा है कि ताणी मिणी नहीं। कहन लगी हे जलाहे नाब 9 गाज तां एक है ताणी, कि 10 गाज कि 10 गज एक है, 9 ते 10 21 गज एक ताणी है। इयों 40 गज पूरी पुरिया एक तनाई, के 40 गज पूरी एक तनाई एक ताणी है, ਜਿਹੜੀ बुनन वास्ते तेरे कोले शाहूकार तो आई है। ओह गाज नाव गाज 10 गाज 21 पुरिया एक तनाई, के हे जलाहे नाब 9 गाज एक है, ते गाज 10 के 10 गज एक है, गाज 21 21 गाज एक ताणी है। इयों पुरिया एक तनाई, कि इयों यह 40 गज पूरी एक तनाई एक ताणी है। फिर साठ सूत नव खंड 72 पाठ लगो अधकाई। कहन लगी कि 60 पासे धागे लगे हैं, 60 पाजे सूत के धागे हैं। इस दे नाल नाभ खंड 9 ताणियां विच तणिया होया है। 72 तरह दा नाल अधकाई आदक तो आदक पेटा लग्या होया है। गाई बनाबन माहो, के जिहड़ी माहो सी ओह जलाही बनाउण वास्ते जलाहे कोल कहन लगी तू घर आके यह ताणी बुनला कर, इन्नी यह मिणती दे विच है, इन्ने इस दे विच धागे लगे हुए हैं, ते ताणा पेटा पूरा है। 72 तरह का नाल अधक तो अधक पेटा लग्या होया है। तां अगे भगत जी कहन लगे, भगत जी गुरबाणी द्वारा समझा रहे हैं, जदों जाके कहा माहो जलाही ने कि आके ताणी बुण, कहन लग्या गजी ना मिनिया तोल ना तुलिया पाचन शेर अढ़ाई। कहन लगे जे तू कहे कि गजा नाल नहीं मिणी तां 40 गज पूरी है, जे कहे कि तोल विच पूरी नहीं तोली हुई तां तोलण विच भी सूत उतना पूरा है जितना उस दे विच पएगा। फिर कहंदा कि पाण पूरी नहीं मिणी तां कहंदी अढ़ाई 2.5 सेर पाचन पाण भी आ गई है। गजी ना मिनिया तोल ना तुलिया पाचन शेर अढ़ाई, कि जे तू कहे कि गजा नाल नहीं मिणी तां 40 गज पूरी है, जे कहें कि तोल ना तुलिया कि तोल विच पूरी नहीं तोली हुई तां तोलण विच भी सूत उतना पूरा ही है। फिर कहंदा कि पाचन शेर अढ़ाई, कि पाचन पाण पूरी नहीं मिणी तां कहंदी 2.5 सेर पाण भी आ गई है। जो कर पाचन बेग ना पावै ਝਾਗਰ ਕਰੈ ਘਰ ਹਾਈ। ਜੇਕਰ ਪਾਚਨ ਪਾਣ ਨੂੰ ਕਾਲੀ ਨਾਲ ਨਹੀਂ ਪਾਵੇਂਗਾ ਤਾਂ ਫਿਰ ਉਹ ਸ਼ਾਹੂਕਾਰ ਜਿਸ ਦੀ ਇਹ ਤਾਣੀ ਹੈ ਉਹ ਘਰ ਵਿੱਚ ਆ ਕੇ ਝਗੜਾ ਕਰੇਗਾ, ਤੇਰੇ ਤੇ ਇਕੱਠ ਕਰੇਗਾ। ਦਿਨ ਕੀ ਬੈਠ ਖਸਮ ਕੀ ਵਰਕਸ ਇਹ ਵੇਲਾ ਕਤ ਆਈ।
ਕਹਿਣ ਲੱਗੀ ਉਸ ਨਾਲ ਇਕਰਾਰ ਸੀ ਕਿ ਤਾਣੀ ਛੇਤੀ ਬਣਾਉਣੀ ਹੈ। ਹੁਣ ਇਕਰਾਰ ਵਿੱਚ ਦਿਨ ਹੀ ਰਹਿ ਗਏ ਹਨ ਤੇ ਤੂੰ ਇੱਥੇ ਬਰਕਸ ਉਲਟਾ ਮਾਲਕ ਦੀ ਬਣ ਬੈਠਾ ਹੈ ਕਿ ਇਸ ਤਾਣੀ ਦਾ ਮਾਲਕ ਹੀ ਬਣ ਬੈਠਾ ਹੈ, ਉਲਟਾ ਉਸ ਨੂੰ ਬੁਣਦਾ ਨਹੀਂ। ਚਲੋ ਘਰ ਜਾ ਕੇ ਤਾਣੀ ਬੁਣ, ਫਿਰ ਇਹ ਵੇਲਾ ਇਹ ਸਮਾਂ ਕਦੋਂ ਆਵੇਗਾ ਜਦੋਂ ਤੂੰ ਸਮੇਂ ਸਿਰ ਨਹੀਂ ਬਣਾਉਂਦਾ। ਕਹਿਣ ਲੱਗੀ ਛੂਟੇ ਕੁੰਡੇ ਭੀਗੈ ਪੁਰੀਆ, ਚੱਲਿਓ ਜੁਲਾਹਾਰੀ ਸਾਈ। ਛੂਟੇ ਛੋਟੇ ਕੁੰਡੇ ਵਿੱਚ ਨਲੀਆਂ ਵੀ ਭਿਉਂਤੀਆਂ ਹੋਈਆਂ ਹਨ। ਕਹਿਣ ਲੱਗੀ ਛੂਟੇ ਕੁੰਡੇ ਭੀਗੈ ਪੁਰੀਆ, ਕਿ ਛੋਟੇ ਕੁੰਡੇ ਵਿੱਚ ਨਲੀਆਂ ਵੀ ਭਿਉਂਤੀਆਂ ਹੋਈਆਂ ਹਨ। ਇਹ ਗੱਲ ਸੁਣ ਕੇ ਜੁਲਾਹਾ ਈਰੀਸਾਈ ਤੇਜ਼ੀ ਨਾਲ ਚੱਲ ਪਿਆ। ਤਾਂ ਸੋਸੀ ਨਲੀ ਤੰਤ ਨਹੀਂ ਨਿਕਸੈ, ਨਾ ਤਰ ਰਹੀ ਉਰਝਾਈ। ਕਿ ਛੇਤੀ ਛੇਤੀ ਸਾਰੀਆਂ ਨਲੀਆਂ ਬਾਹ ਕੇ ਜੁਲਾਹੀ ਨੂੰ ਕਹਿੰਦਾ ਆ ਲੈ ਇਹ ਨਲੀਆਂ ਤੇ ਖਾਲੀ ਪਈਆਂ ਹਨ, ਹੁਣ ਮੈਥੋਂ ਤਾਣੇ ਦਾ ਤੰਦ ਨਹੀਂ ਨਿਕਲੇਗਾ। ਜਾਂ ਤਾਂ ਆ ਕੇ ਨਲੀਆਂ ਵੱਟ, ਤਾਂ ਤਾਰ ਰਹੀ ਉਰਝਾਈ, ਕਿ ਨਾ ਤਰ ਨਹੀਂ ਤਾਂ ਇਹ ਐਵੇਂ ਹੀ ਉਲਝੀਆਂ ਰਹਿਣਗੀਆਂ। ਛੋੜ ਪਸਾਰ ਈਹਾਂ ਰਹੋ ਬੱਪਰੀ, ਕਹੋ ਕਬੀਰ ਸਮਝਾਈ। ਹੋਰ ਸਾਡੇ ਪਸਾਰੇ ਨੂੰ ਛੱਡ ਕੇ ਹੇ ਬੱਪਰੀ ਹੇ ਝੱਲੀਏ ਜੁਲਾਹੀਏ, ਇੱਥੇ ਨਲੀਆਂ ਵੱਟਣ ਵਾਸਤੇ ਰਹਿਣਾ ਕਰ। ਇਸ ਤਰੀਕੇ ਨਾਲ ਭਗਤ ਕਬੀਰ ਜੀ ਨੇ ਉਸ ਪੰਡਤ ਨੂੰ ਕਿਹਾ ਕਿ ਹੇ ਪੰਡਤ ਜੀ ਸਮਝ ਆ ਗਈ। ਤਾਂ ਕਹਿੰਦਾ ਕਿ ਇਹ ਤਾਂ ਤੁਸੀਂ ਜੁਲਾਹੀ ਦੀਆਂ ਗੱਲਾਂ ਕਰੀ ਗਏ ਹੋ, ਕੋਈ ਸਿਧਾਂਤ ਨਹੀਂ ਨਿਕਲਿਆ। ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਇਹ ਤਾਂ ਤੈਨੂੰ ਸਮਝਾਉਣ ਲਈ ਬਾਹਜ ਦ੍ਰਿਸ਼ਟਾਂਤ ਦਿੱਤਾ ਹੈ, ਹੁਣ ਇਸ ਦਾ ਆਂਤਰੀ ਭਾਵ ਸਮਝ ਕਿ ਕਿਸ ਪ੍ਰਕਾਰ ਜੀਵ ਜਲਾਹੇ ਹਨ, ਕਿਸ ਪ੍ਰਕਾਰ ਜੀਵ ਜਲਾਹੇ ਹਨ। ਭਗਤ ਜੀ ਕਹਿਣ ਲੱਗੇ ਗਈ ਬਨਾਵਨ ਮਾਹੋ, ਕਿ ਮਾਹੋਂ ਚੰਦਰਮਾ ਤੋਂ ਭਾਵ ਸੀਤਲਤਾ ਦਾ, ਸੀਤਲਤਾ ਤੋਂ ਭਾਵ ਲੈਣਾ ਸੀਤਲ ਸੁਭਾਅ ਕਰਨ ਵਾਲੀ ਨਿਰਮਲ ਬੁੱਧੀ। ਜਦੋਂ ਇਹ ਸਰੀਰ ਰੂਪ ਤਾਣੇ ਨੂੰ ਬਣਾਉਣ ਲਈ ਸਫਲਾ ਕਰਨ ਲਈ ਜੀਵ ਆਤਮਾ ਦੇ ਪਾਸ ਗਈ, ਤਾਂ ਅੱਗੋਂ ਜੀਵ ਆਤਮਾ ਰੂਪੀ ਜੁਲਾਹਾ ਸਰੂਪ ਰੂਪੀ ਘਰ ਵਿੱਚ, ਸਰੀਰ ਰੂਪੀ ਜਲਾਹੇ ਘਰ ਵਿੱਚ ਜਗ੍ਹਾ ਨੂੰ ਛੱਡ ਕੇ ਅਲਪੱਗ ਪੁਣੇ ਵਿੱਚ ਆਪਣੇ ਆਪ ਨੂੰ ਜੀਵ ਕਹਾਉਣ ਲੱਗ ਪਿਆ। ਸੰਸਾਕਾਰ ਬਿਰਤੀ ਵਿੱਚ ਗਿਆ ਹੋਇਆ ਸੀ ਕਿ ਰਹਾਉ, ਪਰੰਤੂ ਫਿਰ ਵੀ ਨਿਰਮਲ ਬੁੱਧ ਦੇ ਆਖੇ ਲੱਗ ਕੇ ਜੀਵ ਆਤਮਾ ਕਹਿਣ ਲੱਗਿਆ ਕਿ ਇਸ ਤਾਣੀ ਇਸ ਦੇਹੀ ਨੂੰ ਤਾਂ ਸਫਲਾ ਕਰਨਾ ਚਾਹੀਦਾ ਹੈ। ਉਹ ਕਿਤਨੀ ਕੁ ਹੈ ਤਾਂ ਸੁੱਧ ਨਿਰਮਲ ਬੁੱਧੀ ਕਹਿੰਦੀ ਹੈ ਗਾਜ ਨਾਵ ਗਾਜ 10 ਗਜ 21 ਪੁਰੀਆਂ ਏਕ ਤਨਾਈ, ਕਿ ਗਾਜ ਨਾਵ 9 ਇੰਦਰੀਆਂ ਗੋਲਕਾਂ, 10 ਗਜ 10 ਇੰਦਰੇ, 5 ਕਰਮ ਇੰਦਰੇ, 5 ਗਿਆਨ ਇੰਦਰੇ, ਗਾਜ 21 ਗਾਜ, 5 ਸੂਖਮ ਤੱਤ, 5 ਸੂਖਮ ਸਥੂਲ ਤੱਤ, 5 ਪ੍ਰਾਣ, 5 ਪੌਣਾ ਤੇ 21ਵਾਂ ਮਨ, ਇਹ 21 ਗਜ ਹਨ। ਇਉਂ ਪੁਰੀਆਂ ਪੂਰੀ 40 ਗਜਾਂ ਦੀ ਇੱਕ ਦੇਹ ਰੂਪੀ ਤਾਣੀ ਬਣ ਗਈ ਹੈ। 60 ਸੂਤ ਨਵ ਖੰਡ 72 ਪਾਠ ਲੱਗੋ ਅਧਿਕਾਈ। ਸਰੀਰ ਅੰਦਰ 60 ਮੋਟੀਆਂ ਪਸਲੀਆਂ ਆਦਿਕ ਦੀਆਂ ਨਾੜਾਂ ਹਨ। ਇਹ ਸੂਤ ਸੂਤਰ ਹੈ। ਸਰੀਰ ਦੇ ਨਭ 9 ਖੰਡ 9 ਟੁਕੜੇ ਹਨ। 4 ਬਾਹਾਂ, 4 ਲੱਤਾਂ ਦੇ ਜੋੜ, 4 ਬਾਹਾਂ ਦੇ ਜੋੜ, ਇੱਕ ਵਿਚਾਲੜਾ ਧੜ, ਇੱਕ 9, ਇਹ 9 ਟੁਕੜੇ ਹਨ। ਸਰੀਰ ਦੇ 9 ਜੋੜ ਹਨ। 72 ਕਰੋੜ
72,10,221 ਨਾੜੀਆਂ ਇਸ ਸਰੀਰ ਦੇ ਵਿੱਚ ਹਨ। ਇਹ ਅਧਿਕਾਈ ਅਧਿਕ ਤੋਂ ਅਧਿਕ ਪੇਟਾ ਲੱਗਿਆ ਹੋਇਆ ਹੈ। ਜੋ ਨਾੜੀਆਂ ਹਨ, ਗਈ ਬਨਾਵਨ ਮਾਹੋ, ਘਰ ਛੋੜਿਆ ਜਾਏ ਜਲਾਹੋ। ਕਿ ਇਹ ਜਦੋਂ ਪੁੱਛਣ ਲੱਗੀ ਕਿ ਕਦੋਂ ਬੁਣੇਗਾ, ਗਜੀ ਨਾ ਮਿਨੀਐ ਤੋਲ ਨਾ ਤੁਲੀਐ, ਪਾਚਨ ਸੇਰ ਅਢਾਈ। ਕਿ ਗਜਾਂ ਨਾਲ ਇਹ ਦੇਹ ਰੂਪੀ ਤਾਣੀ ਭਲਾ ਨਹੀਂ ਮਿਣੀ ਹੋਈ, ਭਾਵ ਮਿਣੀ ਹੋਈ ਹੈ ਤੇ ਤੋਲ ਕਰਕੇ ਭਲਾ ਨਹੀਂ ਤੋਲੀ ਹੋਈ, ਭਾਵ ਤੁਲੀ ਹੋਈ ਹੈ। ਗਜਾਂ ਕਰਕੇ ਮਿਣੀ ਹੈ। 3.5 ਹੱਥ ਸਾਰਿਆਂ ਦੀ ਆਪੋ ਆਪਣੀ ਦੇਹੀ ਹੈ, ਕਈਆਂ ਦੀ 4.25 ਹੱਥ ਦੀ ਹੈ। ਇਉਂ ਇਹ ਸਰੀਰ ਰੂਪੀ ਤਾਣੀ ਮਿਣੀ ਹੋਈ ਹੈ। 3.5 ਹੱਥ ਤੇਰੀ ਸੀਵਾ, ਕਿ 3.5 ਜਾਂ 4.25 ਇਹ ਸਰੀਰ ਰੂਪੀ ਤਾਣੀ ਹੈ। ਤੋਲ ਕਰਕੇ ਤੋਲੀ ਹੋਈ ਹੈ। ਜੋ ਦਰਮਿਆਨਾ ਸਰੀਰ ਹੈ ਉਹ 3.5 ਮਣ ਭਾਰਾ ਹੁੰਦਾ ਹੈ। ਕਈ ਜ਼ਿਆਦਾ ਭਾਰੇ ਜਾਂ ਪਤਲੇ ਹੁੰਦੇ ਹਨ, ਪਰੰਤੂ ਦਰਮਿਆਨੇ ਸਰੀਰ ਦਾ ਇਤਨਾ ਹੀ ਭਾਰ ਮੰਨਿਆ ਗਿਆ ਹੈ। ਉਹਨਾਂ ਸਮਿਆਂ 'ਚ ਕੱਚਾ ਮਣ ਗਿਣਿਆ ਜਾਂਦਾ ਸੀ। 3.5 ਮਣ ਦੇਹਰੀ ਚੱਲੈ ਪਾਣੀ ਅੰਨ। ਕਿ ਅਤੇ 8 ਪਹਿਰਾਂ ਵਿੱਚ ਸੇਰ ਅਢਾਈ, 2.5 ਸਿਰ ਕੱਚੀ ਪਾਚਨ ਖੁਰਾਕ ਮਿਲ ਰਹੀ ਹੈ ਇਸ ਨੂੰ। ਕਈ ਥਾਵੀਂ 3 ਸੇਰ ਵੀ ਕਹੀ ਗਈ ਹੈ। 3 ਸੇਰ ਕਾ ਦਿਹਾੜੀ ਮਹਿਮਾਨ, ਆਵਰ ਬਸਤ ਤੁਝ ਪਹਿ ਅਮਾਨ। ਕਿ ਇਹ 2.5 ਤੋਂ 3 ਸੇਰ ਖੁਰਾਕ ਖਾਂਦਾ ਹੈ। ਜੋ ਕਰ ਪਾਚਨ ਬੇਗ ਨ ਪਾਵੈ, ਝਗਰ ਕਰੈ ਘਰ ਹਾਈ। ਕਿ ਹੇ ਜੀਵ ਆਤਮਾ, ਜੇਕਰ ਤੈਨੂੰ ਖਾਣੇ ਨੂੰ ਛੇਤੀ ਖੁਰਾਕ ਨਾ ਪਾਈ ਜਾਵੇ ਤਾਂ ਤੂੰ ਸਰੂਪ ਰੂਪੀ ਘਰ ਨੂੰ ਨਾਸ ਕਰਨ ਵਾਲੇ ਜੀਵ, ਫਿਰ ਤੂੰ ਝਗੜਾ ਕਰਦਾ ਹੈ ਕਿ ਮੈਨੂੰ ਹੁਣੇ ਹੁਣ ਖਾਣ ਨੂੰ ਕੁਝ ਦੇਵੋ। ਦਿਨ ਕੀ ਬੈਠ ਖਸਮ ਕੀ ਵਰਕਸ, ਇਹ ਵੇਲਾ ਕਤ ਆਈ। ਹੇ ਜੀਵ, ਤੇਰੀ ਉਮਰ ਦੇ ਕਿਹੜੇ ਦਿਨ ਰਹਿ ਗਏ ਹਨ ਤੇ ਤੂੰ ਚੁੱਪ ਕਰਕੇ ਬੈਠਾ ਹੈ। ਮਾਲਕ ਪਰਮੇਸ਼ਰ ਦੀ ਪ੍ਰਾਪਤੀ ਤੋਂ ਉਲਟ ਕੇ ਜਦੋਂ ਪਰਾਲਬਧ ਰੂਪੀ ਅਵਸਥਾ ਬਹਿਗੀ, ਦਿਨ ਪੂਰੇ ਹੋ ਗਏ, ਉਸ ਵੇਲੇ ਮਾਲਕ ਦੀ ਉਲਟੀ ਨਿਗਾਹ ਪਵੇਗੀ। ਫਿਰ ਤੇਰੇ ਕੋਲ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਵੇਲਾ ਸਮਾਂ ਕਦੋਂ ਆਵੇਗਾ, ਭਾਵ ਬਾਅਦ ਵਿੱਚ ਇਹ ਸਮਾਂ ਨਹੀਂ ਮਿਲਣਾ। ਭਗਤ ਜੀ ਸਮਝਾ ਰਹੇ ਹਨ। ਛੂਟੇ ਕੁੰਡੇ ਭੀਗੈ ਪੁਰੀਆ, ਚੱਲਿਓ ਜੁਲਾਹੋ ਰਿਸਾਈ। ਅੰਤ ਵੇਲੇ ਤੇਰੇ ਇਹ ਪਦਾਰਥ ਰੂਪੀ ਕੁੰਡੇ ਵੀ ਛੁੱਟ ਜਾਣਗੇ ਤੇ ਨਲੀਆਂ ਵੀ ਵਾਸਨਾ ਇੱਛਾ ਵਿੱਚ ਭਿੱਜੀਆਂ ਹੀ ਰਹਿਣਗੀਆਂ। ਇਸ ਪ੍ਰਕਾਰ ਹੈ ਜੀਵ ਰੂਪ ਜਲਾਹੇ, ਤੂੰ ਪਰਾਲਬਧ ਰੂਪੀ ਪਰਾਲਬਧ ਪੂਰੀ ਹੋਣ ਤੋਂ ਸੋਗ ਦੇ ਅਧੀਨ ਹੋ ਕੇ ਚੱਲਿਆ ਜਾਏਗਾ। ਛੋਛੀ ਨਲੀ ਤੰਤ ਨਹੀਂ ਨਿਕਸੈ, ਨਾ ਤਰ ਰਹੀ ਉਰਝਾਈ। ਉਸ ਵੇਲੇ ਤੇਰੀ ਜਵਾਨ ਰੂਪੀ ਨਲੀ ਖਾਲੀ ਹੋ ਜਾਏਗੀ ਅਤੇ ਉਸ ਵਿੱਚੋਂ ਕੋਈ ਵੀ ਬਾਕ ਰੂਪੀ ਧਾਗਾ ਨਹੀਂ ਨਿਕਲੇਗਾ। ਤੇ ਛੋੜ ਪਸਾਰ ਈਹਾਂ ਰਹੋ ਬਪਰੀ, ਕਹੋ ਕਬੀਰ ਸਮਝਾਈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਬਪਰੀ, ਕਿ ਬੇਪਰੀ ਬੁੱਧੀ ਵਾਲੇ ਪੰਡਤ, ਇਉਂ ਸਾਰਾ ਪਸਾਰਾ ਛੱਡ ਕਰਕੇ ਇਸ ਵਿਚਾਰ ਵਿੱਚ ਰਹਿਣਾ ਕਰ ਅਤੇ ਦੱਸ ਤੈਨੂੰ ਸਮਝ ਆ ਗਈ ਹੈ ਕਿ ਜੀਵ ਜਲਾਹਾ ਹੈ ਜੋ ਦੇਹ ਰੂਪੀ ਤਾਣੀ ਨੂੰ ਬੁਣਦਾ ਹੈ। ਪੰਡਤ ਕਹਿੰਦਾ ਇਹ ਤਾਂ ਸਮਝ ਆ ਗਈ ਹੈ ਕਿ ਜੀਵ ਜਲਾਹਾ ਹੈ, ਪਰੰਤੂ ਤੁਸੀਂ ਈਸ਼ਵਰ ਨੂੰ ਵੀ ਜਲਾਹਾ ਕਿਹਾ ਸੀ, ਫਿਰ ਇਹ ਦੱਸੋ ਈਸ਼ਵਰ ਜਲਾਹਾ ਕਿਵੇਂ ਹੈ? ਤਾਂ ਭਗਤ ਜੀ ਇਹ ਅਗਲੇ ਸ਼ਬਦ ਦੇ ਵਿੱਚ ਸਮਝਾਉਣਗੇ ਕਿ ਪਰਮੇਸ਼ਰ ਕਿਵੇਂ ਜਲਾਹਾ ਹੈ। ਸਮਾਂ ਹੋ ਚੁੱਕਿਆ ਹੈ, ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ।
ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ, ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ। ਗੁਰਸਿੱਖੀ ਦੀਆਂ ਨਾਮ ਦੀਆਂ